हेलो स्टूडेंट्स, वेलकम यू ऑल ऑन CBC शिक्षा ऑनलाइन प्लेटफॉर्म। स्टूडेंट्स अज अपनी अपनी 7 नंबर क्लास जिस विच ਆਪਾਂ ਅੱਜ डिस्कस करांगे इंपॉर्टेंट MCQ फॉर SSC मास्टर किट। SSC मास्टर किट वास्ते इंपॉर्टेंट इंडियन पॉलिटी के MCQ डिस्कस करांगे। जिन्होंने बच्चे ने चैनल सबसक्राइब नहीं किया प्लीज़ शेयर एंड सबसक्राइब अवर यूट्यूब चैनल। चलो स्टार्ट करते हैं अपना सब तो पहला क्वेश्चन। हाँ जी, सब तो पहला क्वेश्चन है जी, मैंबर ऑफ द काउंसिल ऑफ स्टेट, मैंबर ऑफ द काउंसिल ऑफ स्टेट आर इलैक्टेड बाय। जो मैंबर ऑफ द काउंसिल ऑफ स्टेट्स होंगे ने वो इलैक्ट कौन करता है दसो जी। मैंबर ऑफ द काउंसिल ऑफ द स्टेट, हम काउंसिल ऑफ द स्टेट मीनस काउंसिल राज्यां दी काउंसिल मीनस ਜਿਹੜੀਆਂ ਹੁੰਦੀਆਂ ਨੇ, ਇੱਕ ਤਾਂ ਹੁੰਦੀ ਹੈ ਲੈਜਿਸਲੇਟਿਵ ਅਸੈਂਬਲੀ। ਕੀ ਹੁੰਦੀ ਹੈ? ਲੈਜਿਸਲੇਟਿਵ ਅਸੈਂਬਲੀ। ਜਿਵੇਂ ਆਪਣੇ ਕੋਲ 28 ਸਟੇਟਸ ਨਾ, ਤਾਂ 28 ਸਟੇਟਸ ਨੇ ਲੈਜਿਸਲੇਟਿਵ ਅਸੈਂਬਲੀ ਹੋਵੇਗੀ। ਇਸ ਤੋਂ ਇਲਾਵਾ ਜੇ ਆਪਾਂ गल करिए काउंसल की, काउंसल अपने को 28 चो सिर्फ 6 स्टेट्स को सिर्फ काउंसल हैगी। काउंसल किंदे को हैगी राजे, याद रखना आंध्रा प्रदेश को हैगी, आंध्रा प्रदेश विच हैगी, उस तो इलावा करनाटका च हैगी, उस तो इलावा तेलंगाना च हैगी, उस तो इलावा महाराष्ट्र च हैगी है, उस तो इलावा बिहार च हैगी है, ठीक है, एंड यूपी च हैगी। ये 6 स्टेटां ने, आंध्रा प्रदेश, तेलंगाना, महाराष्ट्र, बिहार एंड यूपी। ये 6 स्टेटां कोल की हैगी, ये 6 स्टेटां कोल हैगी है काउंसिल ऑफ द स्टेट मीनस काउंसिल हैगी है। जिन्होंने इलैक्ट कौन करता? इलैक्ट करेगा राजे मैंबर ऑफ द, कौन करेगा? मैंबर ऑफ द ਲੈਜਿਸਲੇਟਿਵ ਅਸੈਂਬਲੀ ਆਫ ਸਟੇਟ। ਮੈਂबर ਆਫ ਦ ਲੈਜਿਸਲੇਟਿਵ ਅਸੈਂਬਲੀ ਆਫ ਸਟੇਟ ਦੇ ਅਸੈਂਬਲੀ ਹੀ ਕਾउंसिल ਨੂੰ ਇਲੈਕਟ ਕਰਦੀ ਰਾਜੇ, ਠੀਕ ਹੈ। ਪਹਿਲਾ ਆंसर, ਪਹਿਲੇ ਕੁਐਸਚਨ ਦਾ ਪਹਿਲਾ ਆंसर ਹੀ ਬਣਦਾ ਹੈ। ਓਕੇ ਚਲੋ ਨੈਕਸਟ ਕੁਐਸਚਨ ਸਟਾਰਟ ਕਰਦੇ ਹਾਂ। ਨੈਕਸਟ ਕੁਐਸਚਨ ਕੀ ਹੈ? ਜੋ ਉਹਨਾਂ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਪ੍ਰਤੀਨਿਧਤਾ ਕਰਦਾ ਸਟੇਟ ਆਫ ਕਾउंसिल ਆਫ ਸਟੇਟ ਦੀ ਬੇਸਡ ਔਨ मीनस ਜਿਹੜੀਆਂ ਰੀਪ੍ਰੈਜ਼ੈਂਟਿੰਗ ਕਰਦਾ ਹੈ ਉਹ ਪਾਪੂਲੇਸ਼ਨ ਦੀ ਰੇਸ਼ੋ ਦੇ ਬੇਸ 'ਤੇ ਹੁੰਦਾ। ਨਿਰਭਰਤਾ ਜਿਹੜੀ ਹੁੰਦੀ ਹੈ ਉਹ ਪਾਪੂਲੇਸ਼ਨ ਦੇ ਬੇਸ 'ਤੇ ਹੁੰਦੀ ਹੈ। ਮੀਨਸ ਪਾਪੂਲੇਸ਼ਨ मीनस ਸਟੇਟ ਦੇ ਵਿੱਚ ਕਾउंसिल ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ, ਹੈ ਨਾ। ਅਤੇ ਉਸ ਤੋਂ ਇਲਾਵਾ ਕਾउंसिल ਦੇ ਕਾउंसिल ਰਾਜਾਂ ਦੀ ਕਾउंसिल ਵਿੱਚ ਰਾਜਾਂ ਦੀ ਪ੍ਰਧਾਨਗੀ, ਹੁਣ ਰਾਜਾਂ ਦੀ ਪ੍ਰਧਾਨਗੀ ਮੀਨਸ ਕਿਵੇਂ ਕੀਤੀ ਜਾਵੇਗੀ? ਪਾਪੂਲੇਸ਼ਨ ਦੇ ਅਕੋਰਡਿੰਗ ਕੀਤੀ ਜਾਵੇਗੀ। ਨੈਕਸਟ ਕੁਐਸਚਨ ਦੇਖੀਏ ਤਾਂ ਰਾਜ ਸਭਾ ਦੇ ਵਿੱਚ ਰਾਜ ਸਭਾ ਸ਼ਾਮਲ ਹੈ। ਰਾਜ ਸਭਾ 'ਚ ਕੀ ਸ਼ਾਮਲ ਹੈਗਾ? ਰਾਜ ਸਭਾ ਦੇ ਵਿੱਚ 250 ਮੈਂਬਰ ਸ਼ਾਮਲ ਹੈਗੇ, 252 ਮੈਂਬਰ ਸ਼ਾਮਲ ਨੇ। ਰਾਜ ਸਭਾ 'ਚ 250 ਮੈਂਬਰ, ਰਾਜ ਸਭਾ ਵਿੱਚ 250 ਮੈਂਬਰ ਐਂਡ ਆਫ ਵਿੱਚ 12 ਮੈਂਬਰਸ ਆਰ ਇਲੈਕਟਡ ਬਾਏ ਦਾ ਪ੍ਰੈਜ਼ੀਡੈਂਟ। ਮੀਨਸ 250 ਮੈਂਬਰ ਹੁੰਦੇ ਨੇ ਜਿਨ੍ਹਾਂ ਵਿੱਚੋਂ 12 ਮੈਂਬਰ ਕੀ ਨੇ ਉਹ ਇਲੈਕਟ ਕੀਤੇ ਜਾਂਦੇ ਨੇ ਰਾਸ਼ਟਰਪਤੀ ਦੇ ਦੁਆਰਾ, ਠੀਕ ਹੈ ਰਾਜੀ। ਦ ਸੀ ਆਂਸਰ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਗੱਲ ਕਰੀਏ, ਅੱਜ ਕੀ ਹੋਇਆ? ਅੱਜ ਨਾ ਬਸੰਤ ਪੰਚਮੀ ਕਰਕੇ ਨਾ ਬਹੁਤ ਜ਼ਿਆਦਾ ਡੀਜੇ ਵਗੈਰਾ ਚੱਲ ਰਹੇ ਨੇ, ਠੀਕ ਹੈ। ਤਾਂ ਸੁਬਹ ਨਾਲ ਹੀ ਡੀਜੇ ਵਗੈਰਾ ਸਟਾਰਟ ਹੋ ਗਏ, ਤਾਂ ਥੋੜ੍ਹੀ ਦੀ ਵਾਇਸ 'ਚ ਦਿੱਕਤ ਆਵੇਗੀ, ਬੈਕਗਰਾਊਂਡ ਵਾਇਸ ਬਹੁਤ ਜ਼ਿਆਦਾ ਆ ਰਹੀ ਹੈ, ਠੀਕ ਹੈ ਜੀ। ਤਾਂ ਇਸ ਤੋਂ ਇਲਾਵਾ ਆਪਾਂ ਚਲੋ ਜਲਦੀ ਆਪਾਂ ਸੈਸ਼ਨ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਸੀਂ ਆਪਣੇ ਕੁਐਸਚਨ ਸਾਰੇ ਚੰਗੀ ਤਰ੍ਹਾਂ ਕਰ ਲਓ। ਨੈਕਸਟ ਕੁਐਸਚਨ ਕੀ ਹੈ? ਇਨ ਵਿਚ ਈਅਰ ਆਫ ਰਾਜ ਸਭਾ ਸਭ ਤੋਂ ਪਹਿਲੀ ਵਾਰ ਕਦੋਂ ਬਣੀ ਸੀ? ਕਦੋਂ ਉਹਨਾਂ ਰਾਜ ਸਭਾ ਨੂੰ ਕੰਸਟੀਟਿਊਟ ਕੀਤਾ ਗਿਆ? ਕਦੋਂ ਕੀਤਾ ਗਿਆ ਰਾਜੇ? 1952 'ਚ। 1952 ਵਿੱਚ ਪਹਿਲੀ ਵਾਰ ਰਾਜ ਸਭਾ ਬਣੀ ਸੀ। ਇਹ ਗੱਲ ਤੁਸੀਂ ਯਾਦ ਰੱਖਣਾ, ਠੀਕ ਹੈ। ਮੈਂਬਰ ਕਿੰਨੇ ਨੇ? 250 ਮੈਂਬਰ ਨੇ, ਜਿਹਦੇ ਵਿੱਚੋਂ 12 ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਕੀ? ਮੈਂਬਰ ਆਫ ਦ ਰਾਜ ਸਭਾ, ਮੈਂਬਰ ਆਫ ਦ ਰਾਜ ਸਭਾ ਇਲੈਕਟਡ ਫॉर 6 ਈਅਰ, 6 ਸਾਲਾਂ ਵਾਸਤੇ ਇਲੈਕਟ ਕੀਤੇ ਜਾਂਦੇ ਰਾਜ ਸਭਾ ਦੇ ਮੈਂਬਰ। ਅਤੇ ਰਾਜ ਸਭਾ ਕਦੇ ਵੀ ਡਿਜ਼ੋਲਵ ਨਹੀਂ ਹੁੰਦੀ, ਇਹ ਗੱਲ ਯਾਦ ਰੱਖਣੀ। ਰਾਜ ਸਭਾ ਕਦੇ ਵੀ ਡਿਜ਼ੋਲਵ ਨਹੀਂ ਹੁੰਦੀ। ਉਹਨਾਂ ਕੀ ਕਿਹਾ? ਅਕੋਰਡਿੰਗ ਟੂ ਆਵਰ ਕਨਸਟੀਟਿਊਸ਼ਨ ਰਾਜ ਸਭਾ ਇਜ਼ डिजोल्व वंस इन 2 ईयर बाद डिजोल्व नहीं होंगी, बल्कि 1/3 मैंबर इनके वो होंगे ने चेंज होंगे ना। बट 5 साल बाद का कोई कंसैप्ट नहीं है। डिजोल्व 6 साल बाद डिजोल्व तो होंगे नहीं ना। इज़ नॉट ए सब्जैक्ट ऑफ डिजोल्व, मीन डिजोल्व का कोई सब्जैक्ट ही नहीं है। मीनस ये है डी आंसर इज़ द राइट आंसर। नैक्सट क्वेश्चन की गल करिए तो राज्य सभा इज़ कॉल्ड द परमानेंट हाउस है बिकॉज क्यों हाउस है परमानेंट हाउस क्यों है? क्योंकि इंदे की होंदा है इट कैन नॉट बी डिजोल्व, एक कदे डिजोल्व नहीं होंगी, तां करके इहनूं परमानेंट हाउस आपां कहने। ये गल याद रख लेनी। नैक्सट क्वेश्चन की है जी? नैक्सट क्वेश्चन इन्हें क्या भी विच वन ऑफ द फॉलोइंग स्टेटमेंट इज करैक्ट? राज्य सभा के रिगार्डिंग किहड़ी स्टेटमेंट करैक्ट है? उन्होंने पिछे मैं दसिया सी 1/3 मैंबर हर 2 साल बाद रिटायर होंगे ने, तो उही मैंबर उस तो बाद वो मैंबर नवे आए, तां करके चलती रहिंदी राज्य सभा, डिजोल्व नहीं होंगी, ठीक है। नैक्सट इहदे च आपां की करांगे? 1/3 ऑफ इट्स मैंबर रिटायर एवरी 2 ईयर, ठीक है। 2 साल बाद 1/3 मैंबर रिटायर हो जाते हैं।
चलो नैक्सट क्वेश्चन की आप गल करते हैं। नैक्सट क्वेश्चन की है, एक मिनट राजे, एक मिनट। चलो हाँ जी, नैक्सट क्वेश्चन की आप गल करते हैं तो नैक्सट क्वेश्चन के उपर की है राजे। नैक्सट क्वेश्चन है इन्हों का द फस्ट एक्टर्स कौन सी नॉमीनेट की गई राज्य सभा। फस्ट एक्टर्स कौन सी राजे। फस्ट एक्टर सी नरगिस दत्त। नरगिस दत्त नूं की किया गया, नॉमीनेट किया गया सीगा 1980 में इन्होंने नॉमीनेट किया गया सी एज सोशल वर्कर की, क्योंकि स्पैशल जिवें होंदे ने ना अपने 12 मैंबर राष्ट्रपति नामजद करता है ना, नामजद करता है, तो उनके सोशल वर्कर भी एक कैटेगरी हैगी, उनके मैंबर नामजद किए जा सकते हैं। तो नरगिस दत्त नूं 1980 ਦੇ ਵਿੱਚ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਐਜ਼ ਸੋਸ਼ਲ ਵਰਕਰ ਕੈਟਾਗਰੀ ਦੇ ਵਿੱਚ ਨੋਮੀਨੇਟ ਕੀਤਾ ਸੀਗਾ, ਠੀਕ ਹੈ ਜੀ। ਤੇ ਇਹ 1980 ਤੋਂ ਲੈ ਕੇ ਇਹ 1981 ਤੱਕ ਰਹੇ ਨੇ, ਠੀਕ ਹੈ। ਬੇਸਿਕਲੀ ਇਹਨਾਂ ਦਾ ਜੋ ਨਰਗਿਸ ਦत्त ਦਾ ਜਨਮ ਹੋਇਆ ਸੀ ਉਹ ਕੋਲਕਾਤਾ 'ਚ ਹੋਇਆ ਸੀ। ਵੈਸੇ ਬਾਅਦ 'ਚ ਮੁੰਬਈ ਇਹ ਸ਼ਿਫਟ ਹੋ ਚੁੱਕੇ ਸੀ, ਮੁੰਬਈ ਤੋਂ ਬੇਸਿਕਲੀ ਬਿਲੋਂਗ ਕਰਦੇ ਨੇ ਰਾਜੇ, ਠੀਕ ਹੈ। ਅਗਰ ਕਰਨਾਟਕਾ ਆਪਸ਼ਨ ਆਏ ਤਾਂ ਕੋਲਕਾਤਾ ਆਏ ਤਾਂ ਕੋਲਕਾਤਾ ਆਪਸ਼ਨ ਲਗਾਉਣੀ ਹੈ, ਮੁੰਬਈ ਆਏ ਤਾਂ ਮੁੰਬਈ ਆਪਸ਼ਨ ਲੈਣੀ ਹੈ। ਬੇਸਿਕਲੀ ਕਿੱਥੋਂ ਬਿਲੋਂਗ ਕਰਦੇ ਸੀ, ਠੀਕ ਹੈ। चलो नैक्सट क्वेश्चन की आप गल करिए, विच ऑफ द फॉलोइंग आर्टिकल ऑफ इंडियन कॉन्स्टिट्यूशन इंपावर्स द पार्लियामेंट टू लैजिस्लेटिव ऑन एनी मैटर इन स्टेट लिस्ट। हाँ, स्टेट लिस्ट के मीनस कहने का मतलब है भी स्टेट लिस्ट के कोई भी कानून बना, संसद की राज लिस्ट के संसद की जो अपनी जी स्टेट होंगी है, स्टेट की होंगी है, स्टेट लिस्ट के कौन कानून बना सकता है, पार्लियामेंट। कौन कानून बना सकता, पार्लियामेंट कानून बना सकता है ना। तो अधिकार किहड़े आर्टिकल चो अधिकार देंदी है, ये आर्टिकल चो अधिकार 249 चो अधिकार देंदी है, जिंदे विच हुण तुहानूं सब पता होना चाहिए स्टेट लिस्ट 61 सबजैक्ट्स ने, 61 सबजैक्ट ने स्टेट लिस्ट के। एक गल तुसीं ध्यान रखनी, ठीक है। चलो अपना पंजाब PCS का बैच बहुत जल्दी स्टार्ट हो रहा है, विदिन 10 to 15 डेज स्टार्ट हो रहा है जी। तुसीं ज्वाइन कर सकते हो, कॉल कर सकते हो दिते हुए नंबर से। एंड इस तो अलावा MCQ बैच मास्टर कैटर का बहुत जल्दी जोड़ा है स्टार्ट हो जा रहा है, तुसीं ऐप तो जाके कर सकते हो, ठीक है जी। चलो नैक्सट क्वेश्चन की आप गल करिए तो विच वन ऑफ द फॉलोइंग स्टेटमेंट करैक्ट डिस्क्राइब ऑफ द फोर्थ शेड्यूल। हुण चौथे शेड्यूल की है, चौथे शेड्यूल इन्होंने मेन की किया सी, जो सीटां की एलोकेशन की, सीटां नूं वंडिया गया सीगा। इट एलोकेट सीट्स इन द काउंसिल ऑफ स्टेट। एलोकेट की किया सी, काउंसिल ऑफ स्टेट्स दी सीट्स नूं एलोकेट किया सी। गल तुसीं ध्यान च याद रख लेनी, ठीक है। चलो नैक्सट क्वेश्चन है जी, विच वन ऑफ द कॉन्सिक्यू ऑफ द फेलियर। हाँ, फेलियर ऑफ द गवर्नमेंट राज्य सभा सरकार का फेलियर होने का रीजन की होंदा है, रीजन की होंदा 12वें का रीजन की होगा। रीजन इन्हें जो कोई रीजन ही नहीं है, क्योंकि सरकार ने आपका विश्वास मत कित्थे पेश करना है, लोक सभा करना है, लोक सभा करना है, तो इत्थे कोई विश्वास इत्थे सरकार फेल होने का कोई रीजन ही कोई नहीं है, ठीक है। नैक्सट क्वेश्चन गल करिए तो स्टेट सीट्स अलॉटेड टू उत्तर प्रदेश इन काउंसिल ऑफ स्टेट्स आर टोटल नंबर ऑफ सीट्स। मीनस कहना मतलब है राज्यों की काउंसिल उत्तर प्रदेश को अलॉट की गई सीटां की कुल गिनती कितनी है। हुण यूपी के जो काउंसिल ऑफ सीट्स कितनी काउंसिल ऑफ जी है सीट्स है वो कितनी ने, वो कितनी है जी, वो है अपने को यूपी कितनी 100, यूपी 100 ने राजी गल याद रखनी, यूपी कितने 100 ने। इस तो इलावा जो आप गल करांगे अप्रोक्सीमेटली किंदे इक्वल, हुण महाराष्ट्र तेलंगाना एंड आंध्र प्रदेश के 58 ने तो तेलंगाना 40 ने। मीन दोनों का ऑलमोस्ट टोटल ही बनता पाया, ठीक है। आर द टोटल नंबर ऑफ सीट्स अलॉटेड टू मीनस यूपी नूं कलियां 100 दित्तियां, उन्होंने इक्वल जो आप गल करिए आंध्र प्रदेश एंड तेलंगाना 58 एंड 40 मीनस और 98 सीट्स अप्रोक्सीमेटली इन्नियां सीट्स इन्होंने दित्तियां हुई ने, बराबर सीट्स दित्तियां हुई, ठीक है जी। उस तो इलावा नैक्सट क्वेश्चन की आप गल करते हैं। नैक्सट क्वेश्चन की है, विच वन ऑफ द फॉलोइंग पेयर्स ऑफ द स्टेट हैज़ इक्वल रिप्रजेंटेशन। इक्वल काउंसिल ऑफ स्टेट्स के इक्वल रिप्रजेंटेशन हैगी है। इक्वल रिप्रजेंटेशन किंदे विच हैगी राजे,
हाँ ਹੁਣ ਇਕੁਅਲ ਰਿਪਰੈਜੈਂਟੇਸ਼ਨ ਦੀ ਆਪਾਂ ਗੱਲ ਕਰਾਂਗੇ। ਇਕੁਅਲ ਰਿਪਰੈਜੈਂਟੇਸ਼ਨ ਦੇ ਵਿੱਚ ਆਪਣੇ ਕੋਲ ਕੁਐਸਚਨ ਆ ਸਕਦਾ ਇਹਦੇ ਵਿੱਚ ਆ ਸਕਦਾ ਹੈ ਕਿਹੜੀ ਆਪਸ਼ਨ ਹੈ, ਤੁਹਾਨੂੰ ਸਾਨੂੰ ਪਤਾ ਹੋਣਾ ਚਾਹੀਦਾ 6 ਆਪਸ਼ਨਾਂ ਜੋ ਤੁਹਾਨੂੰ ਇਹ ਸਭ ਤੁਸੀਂ ਯਾਦ ਕਰਕੇ ਰੱਖਣਾ ਹੈ। ਬਿਹਾਰ ਵੀ 75 ਹੈ ਐਂਡ ਕਰਨਾਟਕਾ 75 ਹੈ, ਮੀਨਸ ਬਿਹਾਰ ਐਂਡ ਕਰਨਾਟਕਾ ਵਿੱਚ ਇਕੁਅਲ ਰਿਪਰੈਜੈਂਟੇਸ਼ਨ ਹੁੰਦੀ ਹੈ ਕੌਂਸਲ ਦੀ, ਠੀਕ ਹੈ ਰਾਜੇ। ਚਲੋ ਨੈਕਸਟ ਕੁਐਸਚਨ ਗੱਲ ਕਰਦੇ ਹਾਂ, ਵਿਚ ਆਫ ਦ ਫੋਲੋਇੰਗ ਸਟੇਟਸ ਹੈਜ਼ ਦ ਲੋਐਸਟ ਨੰਬਰ ਆਫ ਦ ਇਲੈਕਟਡ ਮੈਂਬਰ ਇਨ ਰਾਜ ਸਭਾ। ਰਾਜ ਸਭਾ ਵਿੱਚ ਲੋਐਸਟ ਨੰਬਰ ਮੈਂਬਰ ਇਲੈਕਟ ਕੀਤੇ ਜਾਂਦੇ ਨੇ, ਕਿਹੜੀ ਸਟੇਟ 'ਚ ਲੋਐਸਟ ਮੈਂਬਰ ਇਲੈਕਟ ਕੀਤੇ ਜਾਂਦੇ ਨੇ। ਹੁਣ ਗੱਲ ਯਾਦ ਰੱਖ ਲਈ, ਛੱਤੀਸਗੜ੍ਹ ਵਿੱਚ ਰਾਜ ਸਭਾ 'ਚ 5 ਮੈਂਬਰ, ਛੱਤੀਸਗੜ੍ਹ ਤੋਂ ਵਿੱਚ ਰਾਜ ਸਭਾ ਦੇ ਵਿੱਚ 5 ਮੈਂਬਰ ਆਉਂਦੇ ਨੇ, ਹਿਮਾਚਲ ਪ੍ਰਦੇਸ਼ ਵਿੱਚ 3 ਮੈਂਬਰ ਆਉਂਦੇ ਨੇ, ਝਾਰਖੰਡ ਦੇ ਵਿੱਚ 6 ਮੈਂਬਰ ਆਉਂਦੇ ਨੇ, ਗੁਜਰਾਤ ਤੋਂ ਆਪਣੇ 11 ਮੈਂਬਰ ਆਉਂਦੇ ਨੇ ਰਾਜ ਸਭਾ ਦੇ ਵਿੱਚ, ਮੀਨਸ ਘੱਟ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਆਪਸ਼ਨ ਦੇ ਅਕੋਰਡਿੰਗ ਘੱਟ ਇਲੈਕਟ ਕੀਤੇ ਜਾਂਦੇ ਨੇ ਰਾਜ ਸਭਾ 'ਚ ਮੈਂਬਰ, ਠੀਕ ਹੈ ਰਾਜੀ। ਚਲੋ ਨੈਕਸਟ ਕੁਐਸਚਨ ਆਪਾਂ ਗੱਲ ਕਰਦੇ ਹਾਂ। ਨੈਕਸਟ ਕੁਐਸਚਨ ਕਿ ਗਿਵਨ ਬਿਲੋ ਦਾ ਲਿਸਟ ਆਫ ਦਾ ਸਟੇਟਸ ਅਮੰਗ ਦਾ ਵਿਦ ਦਾ ਸੀਟਸ ਅਲੋਟਡ ਟੂ ਦੈਮ ਇਨ ਰਾਜ ਸਭਾ। ਹੁਣ ਸਟੇਟਸ ਦਿੱਤੀਆਂ ਨੇ, 4 ਸਟੇਟਸ ਦਿੱਤੀਆਂ ਨੇ, 4 ਸਟੇਟਸ ਵਿੱਚ ਨੂੰ ਸੀਟਸ ਅਲੋਟਡ ਕੀਤੀਆਂ ਨੇ ਰਾਜ ਸਭਾ ਨੂੰ। ਰਾਜ ਸਭਾ ਨੂੰ ਸੀਟਸ ਅਲੋਟਡ ਕੀਤੀਆਂ ਨੇ, ਕਿਹੜੀ ਮੈਚ ਨਹੀਂ ਹੁੰਦੀ ਵੀ, ਇਹਦੇ 'ਚ ਆਪਾਂ ਦੇਖਣਾ ਕਿਹੜੀ ਮੈਚ ਨਹੀਂ ਹੁੰਦੀ ਵੀ, ਇਹ ਕਾਫੀ ਅਹਿਮ ਕੁਐਸਚਨ ਹੈ। ਆਪਾਂ ਥੱਲੇ ਲੱਗਦੇ ਹਾਂ ਵੈਸਟ ਬੰਗਾਲ। ਵੈਸਟ ਬੰਗਾਲ 16 ਸੀਟਸ ਨੇ, ਬਿਲਕੁਲ ਸੀਟ ਨੇ ਰਾਜ ਸਭਾ ਦੇ ਵਿੱਚ। ਤਾਮਿਲਨਾਡੂ ਦੀਆਂ 18 ਸੀਟਸ ਨੇ, ਮਹਾਰਾਸ਼ਟਰ 'ਚ 19 ਸੀਟਸ ਨੇ, ਪਰ ਮੱਧ ਪ੍ਰਦੇਸ਼ ਵਿੱਚ 11 ਸੀਟਸ ਨੇ। ਮੱਧ ਪ੍ਰਦੇਸ਼ 11 ਸੀਟ ਨੇ, ਤਾਂ ਕਿ ਮੱਧ ਪ੍ਰਦੇਸ਼ ਕਿਹੜਾ ਹੈ ਉਹ ਕਰੈਕਟ ਨਹੀਂ, ਮੈਚ ਨਹੀਂ ਖਾਂਦਾ ਪਿਆ, ਠੀਕ ਹੈ ਰਾਜੇ। ਚਲੋ ਨੈਕਸਟ ਕੁਐਸਚਨ ਗੱਲ ਕਰੀਏ ਤਾਂ presiding officer ਹੁੰਦਾ ਹੈ, in which house is the presiding officer not a member of that house। ਮੈਂਬਰ ਨਹੀਂ ਹੁੰਦਾ ਉਸ ਹਾਊਸ ਦਾ presiding officer 17ਵੇਂ ਦਾ ਰਾਜ ਸਭਾ ਮੀਨਸ ਰਾਜ ਸਭਾ ਦਾ ਮੈਂਬਰ ਨਹੀਂ ਹੁੰਦਾ presiding officer ਤੇ, ਠੀਕ ਹੈ ਰਾਜੇ। ਤਾਂ ਜੋ ਹਾਊਸ ਨੂੰ ਮੀਟਿੰਗ ਨੂੰ ਪ੍ਰੋਸੀਡਿੰਗ ਕਰਦਾ ਹੈ। ਨੈਕਸਟ ਕੁਐਸਚਨ ਦੀ ਗੱਲ ਕਰੀਏ। ਨੈਕਸਟ ਕੁਐਸਚਨ ਹੈਗਾ ਚੇਅਰਮੈਨ ਆਫ ਦਾ ਕਾਉਂਸਲ ਆਫ ਸਟੇਟ ਰਾਜ ਸਭਾ ਇਜ਼। ਰਾਜਾਂ ਦੀ ਕੌਂਸਲ ਰਾਜਾਂ ਦੀ ਕੌਂਸਲ ਰਾਜ ਸਭਾ ਦਾ ਚੇਅਰਮੈਨ ਕੌਣ ਹੈ? ਰਾਜ ਸਭਾ ਦਾ ਚੇਅਰਮੈਨ ਕੌਣ ਹੈ ਰਾਜੇ? ਗੱਲ ਦੱਸੋ, ਰਾਜਾਂ ਦਾ ਚੇਅਰਮੈਨ ਕੌਣ ਹੁੰਦਾ ਹੈ? ਚੇਅਰਮੈਨ ਕੌਣ ਹੁੰਦਾ ਰਾਜੇ? ਵਾਈਸ ਪ੍ਰੈਜ਼ੀਡੈਂਟ ਹੁੰਦਾ, ਬਿਲਕੁਲ ਸਹੀ ਜੀ, ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ ਆਪਣਾ ਚੇਅਰਮੈਨ, ਠੀਕ ਹੈ ਰਾਜੇ। ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰੀਏ। ਹੁਣ ਕੁਐਸਚਨ ਤੁਸੀਂ ਇਹ ਦੇਖ ਲਓ ਵੀ ਕੁਐਸਚਨ ਸਪੈਸ਼ਲ ਰਾਜ ਸਭਾ ਨਾਲ ਮੈਂਸ਼ਨ ਕੀਤੀ ਹੋਈ ਹੈ। ਕਾਉਂਸਲ ਆਫ ਸਟੇਟਸ ਮੀਨਸ ਰਾਜ ਸਭਾ ਨਾਲ ਮੈਂਸ਼ਨ ਕੀਤੀ ਹੋਈ। ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ, ਠੀਕ ਹੈ। ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਮਿਨੀਮਮ ਏਜ ਜੋ ਕਾਉਂਸਲ ਆਫ ਸਟੇਟਸ ਮਿਨੀਮਮ ਏਜ ਕਿੰਨੀ ਚਾਹੀਦੀ ਹੈ? ਮਿਨੀਮਮ ਏਜ ਰਾਜੇ ਕਿੰਨੀ ਚਾਹੀਦੀ ਹੈ ਆਪਾਂ ਨੂੰ? 30 ਸਾਲ ਚਾਹੀਦੀ ਹੈ, ਕਾਫੀ ਇੰਪੋਰਟੈਂਟ ਕੁਐਸਚਨ, ਠੀਕ ਹੈ। ਚਲੋ ਨੈਕਸਟ ਕੁਐਸਚਨ ਦੀ ਗੱਲ ਕਰੀਏ। ਵਟ ਇਜ਼ ਦਾ ਫਿਕਸਡ ਸਟਰੈਂਥ ਆਫ ਰਾਜ ਸਭਾ ਦੀ ਫਿਕਸ ਸਟਰੈਂਥ ਕਿੰਨੀ ਹੁੰਦੀ ਹੈ? ਰਾਜ ਸਭਾ ਦੀ ਫਿਕਸ ਸਟਰੈਂਥ ਹੁੰਦੀ ਰਾਜੇ ਅਰਾਊਂਡ 250 ਫਿਕਸ ਸਟਰੈਂਥ ਹੁੰਦੀ ਹੈ, ਗੱਲ ਯਾਦ ਰੱਖ ਲੈਣੀ, ਠੀਕ ਹੈ। ਚਲੋ ਥੈਂਕ ਯੂ, ਬੈਸਟ ਆਫ ਲੱਕ, ਮਿਲਦੇ ਹਾਂ ਬਾਕੀ ਨੈਕਸਟ ਕਲਾਸ ਵਿੱਚ, ਠੀਕ ਹੈ ਰਾਜੇ।